लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। गुरु जी का खालसा वाहिगुरु जी की फतेह। अंग है 474। ਹੁਣ तक 21 पौड़ियां संपूर्ण होईयां ने आसा दी वार दीयां। श्लोक महला दूजा। चाकर लगे चाकरी नाले गार बवाद, गल्लां करे कनेरियां खसम न पाए साध। ਹਾਂਜੀ। ਸ਼ਲੋਕ ਮਹੱਲਾ ਦੂਜਾ। ਚਾਕਰ ਲੱਗੈ ਚਾਕਰੀ, ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨ ਪਾਏ ਸਾਧ। ਸ਼ਲੋਕ ਮਹੱਲਾ ਦੂਜਾ। ਚਾਕਰ ਲੱਗੈ ਚਾਕਰੀ ਨਾਲੇ ਗਾਰ ਵਿਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਸ਼ਲੋਕ ਉਚਾਰਨ ਕਰਦੇ ਨੇ। ਇਸ ਤੋਂ ਪਹਿਲਾਂ ਗੱਲ ਮਹਾਰਾਜ ਪਹਿਲਾਂ ਆਸ਼ਿਕ ਦੀ ਕਰ ਆਏ ਨੇ ਕਿ ਆਸ਼ਿਕ ਦੀ ਡੈਫੀਨੇਸ਼ਨ ਕੀ ਹੈ। ਜਿਹੜਾ ਪ੍ਰੇਮ ਕਰਦਾ ਹੈ ਉਹਦੀ ਡੈਫੀਨੇਸ਼ਨ ਕੀ ਹੈ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀ। ਹੁਣ ਮਹਾਰਾਜ ਚਾਕਰ ਦੇ, ਕਿਉਂਕਿ ਇੱਕ ਆਈਡੀਓਲੋਜੀ ਹੈ ਉਸ ਸਿੱਖ ਦਾ ਆਚਰਣ ਜਿਹੜਾ ਹੈ ਉਹ ਬਣੇ ਹੋਏ ਆਚਰਣ ਦੀ ਮਹਾਰਾਜ ਗੱਲ ਕਰ ਰਹੇ ਨੇ। ਪ੍ਰੇਮ ਵਿੱਚ ਆ ਕੇ ਚਾਕਰੀ ਕਰਦਾ ਹੈ, ਸੇਵਾ ਕਰਦਾ ਹੈ। ਹੁਣ ਉਹਦੀ ਗੱਲ ਕਰਦੇ ਨੇ ਮਹਾਰਾਜ ਇੱਥੇ ਦੂਜੇ ਪਾਤਸ਼ਾਹ ਕਿ ਚਾਕਰ ਲੱਗਾ ਚਾਕਰੀ ਨਾਲੇ ਗਾਰ ਵਿਵਾਦ। ਕਿ ਚਾਕਰ ਚਾਕਰੀ ਵੀ ਕਰਦਾ ਹੈ, ਨੌਕਰੀ ਵੀ ਕਰਦਾ ਹੈ। ਚਾਕਰ ਦਾ ਉਹਨੂੰ ਚਾਅ ਨਾਲ, ਪਰ ਨਾਲ ਗਾਰ ਵਿਵਾਦ ਹੰਕਾਰ ਵੀ ਹੈ, ਵਾਦ ਵਿਵਾਦ ਵੀ ਹੈ, ਝਗੜਾ ਵੀ ਖੜਾ ਕਰਦਾ ਹੈ। ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਤੇ ਗੱਲਾਂ ਬੜੀਆਂ ਕਰਦਾ, ਕੰਮ ਹੈ ਨਹੀਂ। ਪਰ ਕਹਿੰਦੇ ਗੱਲਾਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਆਚਰਣ ਨਹੀਂ। ਗੱਲਾਂ ਨਾਲ ਕੁਝ ਨਹੀਂ ਮਿਲੇਗਾ। ਗੱਲਾਂ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਮੈਂ ਕਹਿੰਦਾ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਉਸ ਮਾਲਕ ਦੇ ਮੇਲ ਦਾ, ਉਸ ਪ੍ਰੇਮ ਦਾ ਆਨੰਦ ਨਹੀਂ ਮਾਣ ਸਕਦਾ ਜੇ ਸਿਰਫ ਗੱਲਾਂ ਤੱਕ ਤੇ ਹੰਕਾਰ ਤੱਕ ਸੀਮਤ ਹੈ। ਉਂਝ ਚਾਕਰੀ ਵੀ ਕਰ ਰਿਹਾ, ਆ ਵੀ ਰਿਹਾ, ਉਹਦੀ ਗੱਲ ਕਰਦੇ ਨੇ ਮਹਾਰਾਜ। ਹਾਂਜੀ। ਆਪ ਗਵਾਏ ਸੇਵਾ ਕਰੇ, ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਨ, ਤਾਂ ਕਿਛ ਪਾਏ ਮਾਨ। ਨਾਨਕ ਜਿਸਨੂੰ ਲੱਗਾ ਤਿਸ ਮਿਲੈ, ਨਾਨਕ ਜਿਸਨੂੰ ਲੱਗਾ ਤਿਸ ਮਿਲੈ। ਲੱਗਾ ਸੋ ਪਰਵਾਨ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਤੇ ਮਹਾਰਾਜ ਜੀ ਕਹਿੰਦੇ ਭਾਈ ਆਪਣੀ ਮੈਂ ਨੂੰ ਛੱਡ ਕੇ ਜਦੋਂ ਉਹ ਸੇਵਾ ਕਰਦਾ ਹੈ ਤਾਂ ਉਸ ਮਾਲਕ ਦੇ ਦਰ ਤੋਂ ਕੁਛ ਮਾਨ ਪ੍ਰਾਪਤ ਕਰ ਸਕਦਾ ਹੈ, ਇੱਜ਼ਤ ਪ੍ਰਾਪਤ ਕਰ ਸਕਦਾ ਹੈ। ਆਪ ਗਵਾਈ ਹੈ ਤਾਂ ਸ਼ਹੁ ਪਾਈ ਹੈ, ਔਰ ਕੈਸੀ ਚਤੁਰਾਈਆਂ ਨਾਲ ਉਸ ਚਤੁਰਭੁਜ ਨੂੰ ਨਹੀਂ ਪਾਇਆ ਜਾ ਸਕਦਾ। ਨਾਨਕ ਜਿਸ ਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪ੍ਰਵਾਨ। ਤੇ ਦੂਜੇ ਨਾਨਕ ਪਾਤਸ਼ਾਹ ਸਾਹਿਬ ਸ੍ਰੀ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਭਾਈ ਜਿਸ ਨੂੰ ਲੱਗਾ ਤਿਸ ਮਿਲੈ। ਇਹ ਪ੍ਰੇਮ
ਜਿਹਨੂੰ ਲੱਗਦਾ ਹੈ ਇਹ ਪ੍ਰੇਮ ਦੀ ਸੱਟ ਜਿਹਨੂੰ ਵੱਜਦੀ, ਕਹਿੰਦੇ ਉਹ ਹੀ ਇਸ ਪਾਸੇ ਲੱਗਦਾ ਹੈ, ਉਹ ਹੀ ਉਸ ਮਾਲਕ ਦਰ ਦੇ ਉੱਤੇ ਪ੍ਰਵਾਨ ਹੁੰਦਾ ਹੈ, ਕਬੂਲ ਹੁੰਦਾ ਹੈ। ਹਾਂਜੀ। ਮਹੱਲਾ ਦੂਜਾ। ਜੋ ਜੀ ਹੋਏ ਸੋ ਉਗਵੈ, ਜੋ ਜੀਏ ਹੋਏ ਸੋ ਉਗਵੈ, ਮੂੰਹ ਕਾ ਕਹਿਆ ਬਾਓ, ਬੀਜੇ ਬਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਮਹੱਲਾ ਦੂਜਾ। ਜੋ ਜੀਏ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਜੋ ਜੀਏ, ਜੋ ਸਾਡੇ ਜੀਵ ਅੰਦਰ ਮਨ 'ਚ ਹੈ, ਕਹਿੰਦੇ ਹੋਣਾ ਤੇ ਉਹੀ ਹੁੰਦਾ ਹੈ, ਕਿਉਂਕਿ ਜਿਹੜੀ ਵਸਤੂ ਭਾਂਡੇ 'ਚ ਪਈ ਹੈ ਨਿਕਲੀ ਕਿਤੇ ਉਹੀ, ਉੱਤੋਂ ਭਾਵੇਂ ਜੋ ਮਰਜ਼ੀ ਪੋਚੇ ਪਏ ਮਾਰੀਏ ਅਸੀਂ। ਜੋ ਸਾਡੇ ਮਨ ਵਿੱਚ ਹੈ, ਜੋ ਜੀਏ, ਜੋ ਜੀ ਵਿੱਚ ਹੈ, ਉਹ ਉਗਵੈ। ਮੂੰਹ ਕਾ ਕਹਿਆ ਵਾਓ, ਮੂੰਹ ਦੀਆਂ ਗੱਲਾਂ ਮਾਰਨੀਆਂ ਵੱਖਰੀਆਂ ਨੇ, ਪਰ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚੀਆਂ। ਉੱਤੋਂ ਤੇ ਠੱਗ ਵੀ ਬਹੁਤ ਮਿੱਠਾ ਬੋਲਦਾ ਹੈ, ਸੰਤ ਵੀ ਮਿੱਠਾ ਬੋਲਦਾ ਹੈ, ਪਰ ਦੋਵਾਂ 'ਚ ਫਰਕ ਹੈ, ਕਿਉਂਕਿ ਅੰਦਰ ਕੁਝ ਹੋਰ ਹੈ। ਇੱਥੇ ਮੈਂ ਕਹਿੰਦਾ ਉਗਣਾ ਤੇ ਉਹੀ ਹੈ ਜੋ ਸਾਡੇ ਮਨ ਵਿੱਚ ਹੈ। ਮੂੰਹ ਕਾ ਕਹਿਆ ਵਾਓ, ਮੂੰਹ ਦੀਆਂ ਗੱਲਾਂ ਕਹਿਣੀਆਂ ਤੇ ਹਵਾ ਚਲਾਉਣ ਵਾਲੀ ਗੱਲ ਹੈ। ਬੀਜੇ ਬਿਖ ਮੰਗਾ ਅੰਮ੍ਰਿਤ, ਵੇਖੋ ਇਹੋ ਨਿਆਓ। ਇਹਨੇ ਹਾਲਤ ਇਹ ਹੈ ਤੇ ਬੀਜਿਆ ਤੇ ਉਹਨੇ ਜ਼ਹਿਰ ਹੈ ਤੇ ਮੰਗਦਾ ਅੰਮ੍ਰਿਤ ਹੈ, ਭਾਵ ਮਨ ਵਿੱਚ ਤੇ ਵਿਕਾਰਾਂ ਨਾਲ ਭਰਿਆ ਪਿਆ ਹੈ ਤੇ ਮੰਗਾਂ ਅੰਮ੍ਰਿਤ ਦੀਆਂ ਪਿਆ ਕਰਦਾ ਹੈ। ਕਹਿੰਦੇ ਨਹੀਂ ਹੋ ਸਕਦਾ, ਜਿਹੜੀ ਚੀਜ਼ ਬੀਜੀ ਹੈ ਉੱਗੇਗੀ ਤੇ ਉਹੀ। ਇਹ ਜੀ ਦੇ ਅੰਦਰ, ਇਸ ਆਤਮਾ ਦੇ ਅੰਦਰ, ਇਸ ਮਨ ਦੇ ਅੰਦਰ ਜੋ ਅਸੀਂ ਲਈ ਬੈਠੇ ਹਾਂ ਖਿਆਲ, ਪ੍ਰਗਟ ਤੇ ਉਹੀ ਹੋਣਗੇ ਅਖੀਰ ਨੂੰ। ਬੀਜੇ ਬਿਖ ਮੰਗਾਏ ਅੰਮ੍ਰਿਤ, ਵੇਖੋ ਇਹ ਨਿਆਓ। ਕਹਿੰਦੇ ਵੇਖੋ, ਨਿਆਂ ਵਾਲੀ ਗੱਲ ਥੋੜ੍ਹੀ ਕੋਈ ਕਿ ਬੰਦਾ ਜ਼ਹਿਰ ਬੀਜ ਕੇ ਕਵੇ ਕਿ ਹੁਣ ਇਹਨੂੰ ਫਲ ਲੱਗ ਜਾਣ, ਅੰਮ੍ਰਿਤ ਦੇ ਕਹਿੰਦੇ ਨਹੀਂ ਲੱਗ ਸਕਦੇ। ਇੱਥੇ ਮਹਾਰਾਜ ਨੇ ਸਮਝਾਇਆ ਸਾਨੂੰ ਕਿ ਜੋ ਸਾਡੀ ਜੀਵ ਆਤਮਾ ਅੰਦਰ ਵਰਤਦਾ ਹੈ, ਜੀਵ ਦਾ ਰੂਪ ਸਹੀ ਮਾਇਨੇ ਵਿੱਚ ਉਹੀ ਹੁੰਦਾ ਹੈ ਜੋ ਉਹ ਅੰਦਰੋਂ ਹੈ। ਬਾਹਰੋਂ ਭਾਵੇਂ ਜੋ ਮਰਜ਼ੀ ਆਪਣੇ ਆਪ ਨੂੰ ਘੜੀ ਫਿਰੇ, ਉਹਦੇ ਨਾਲ ਕੁਝ ਨਹੀਂ ਬਣਦਾ, ਉਹਦਾ ਕੋਈ ਫਾਇਦਾ ਵੀ ਨਹੀਂ ਹੁੰਦਾ। ਹਾਂਜੀ। ਮਹੱਲਾ ਦੂਜਾ। ਮਹੱਲਾ ਦੂਜਾ। ਨਾਲ ਇਆਣੇ ਦੋਸਤੀ, ਨਾਲ ਇਆਣੇ ਦੋਸਤੀ, ਕਦੇ ਨਾ ਆਵੈ ਰਾਸ, ਜਿਹਾ ਜਾਣੈ ਤੇ ਹੋ ਵਰਤੈ, ਵੇਖੋ ਕੋ ਨਿਰਜਾਸ। ਮਹੱਲਾ ਦੂਜਾ। ਨਾਲ ਇਆਣੇ ਦੋਸਤੀ, ਕਦੇ ਨਾ ਆਵੈ ਰਾਸ, ਜਿਹਾ ਜਾਣੈ ਤੇ ਹੋ ਵਰਤੈ, ਵੇਖੋ ਕੋ ਨਿਰਜਾਸ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਭਾਈ, ਬੇਸਮਝ ਬੰਦੇ ਨਾਲ, ਇਹ ਮਨ ਸਾਡਾ ਇਆਣਾ ਹੈ, ਬੇਸਮਝ ਹੈ, ਕਹਿੰਦੇ ਇਹਦੇ ਨਾਲ ਦੋਸਤੀ ਕਦੇ ਰਾਸ ਨਹੀਂ ਆਉਂਦੀ। ਜਿਹੜਾ ਬੇਸਮਝ ਹੈ, ਜਿਹਨੂੰ ਅਜੇ ਸਮਝ ਹੀ ਨਹੀਂ, ਬੱਚੇ ਨਾਲ ਦੋਸਤੀ ਪਾਈ, ਉਹਨੇ ਤਾਂ ਜੋ ਆਇਆ ਕਹਿ ਦੇਣਾ, ਜੋ ਕਰਨਾ ਕਰ ਲੈਣਾ, ਉਹਨੂੰ ਸਮਝ ਨਹੀਂ ਹੈ। ਇਸੇ ਤਰ੍ਹਾਂ ਹੀ ਮਨ ਹਜੇ ਬੇਸਮਝ ਹੈ, ਗਿਆਨ ਤੋਂ ਹੀਣ ਹੈ। ਨਾਲ ਇਆਣੇ ਦੋਸਤੀ, ਕਦੇ ਨਾ ਆਵੈ ਰਾਸ, ਰਾਸ ਮੀਨ ਅਖੀਰ ਤੱਕ ਨਹੀਂ ਨਿਭਦੀ। ਫਿਰ ਜਿਹਾ ਜਾਣੈ ਤੇ ਹੋ ਵਰਤੈ, ਵੇਖੋ ਕੋ ਨਿਰਜਾਸ। ਉਹ ਤੇ ਜਿਹੋ ਜਿਹਾ ਵੇਖਦਾ ਹੈ ਉਹੋ ਜਿਹਾ ਵਰਤਾਰਾ ਕਰਦਾ ਹੈ। ਬੱਚੇ ਨੂੰ ਜੋ ਅਸੀਂ ਕਹਾਈ ਜਾਂਦੇ ਹਾਂ ਉਹ ਬੋਲੀ ਜਾਂਦਾ, ਇਹ ਮਨ ਨੂੰ ਅਸੀਂ ਜੋ ਕਹਾਈ ਜਾਂਦੇ ਹਾਂ ਉਹ ਬੋਲੀ ਜਾਂਦਾ। ਕਹਿੰਦੇ ਨਿਰਣਾ ਕਰਕੇ ਵੇਖ ਲਓ, ਇਹ ਮਨ ਬੱਚੇ ਵਾਂਗੂ ਹੈ, ਇਹਦੀ ਹਾਲਤ ਬੱਚੇ ਵਰਗੀ ਹੈ। ਇਸ ਕਰਕੇ ਇਹ ਤੋੜ ਤੱਕ ਨਹੀਂ ਨਿਭਾਉਂਦਾ, ਕਿਉਂਕਿ ਜਦੋਂ ਜੀ ਕਰਦਾ ਫਿਰ ਛੱਡ ਜਾਂਦਾ। ਹਾਂਜੀ। ਵਸਤੂ ਅੰਦਰ ਵਸਤ ਸਮਾਵੈ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ, ਦੂਜੀ ਹੋਵੇ ਪਾਸ। ਸਾਹਿਬ ਸੇਤੀ ਹੁਕਮ ਨਾ ਚੱਲੈ, ਸਾਹਿਬ ਸੇਤੀ ਹੁਕਮ ਨਾ ਚੱਲੈ। ਕਹੀ ਬਣੈ ਅਰਦਾਸ, ਕਹੀ ਬਣੈ ਅਰਦਾਸ। ਕੂੜ ਕਮਾਣੈ ਕੂੜੋ ਹੋਵੈ, ਕੂੜ ਕਮਾਣੈ
ਨਾਨਕ ਸਿਫਤ ਵਿਗਾਸ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੈ ਪਾਸ। ਕਿਉਂਕਿ ਕੋਈ ਚੀਜ਼ ਵਸਤੂ ਵਿੱਚ ਹੀ ਪਾਈ ਜਾ ਸਕਦੀ ਜੇ ਸਾਡੇ ਕੋਲ ਦੂਜੀ ਹੈ। ਭਾਵ ਜਦ ਤੱਕ ਭਾਂਡਾ ਖਾਲੀ ਨਹੀਂ ਹੁੰਦਾ ਉਹਦੇ ਵਿੱਚ ਕੁਝ ਪਾਇਆ ਨਹੀਂ ਜਾ ਸਕਦਾ। ਜਿਹੜਾ ਮਨ ਇਹ ਸਰੀਰ ਰੂਪੀ ਭਾਂਡਾ ਪਹਿਲਾਂ ਵਿਕਾਰਾਂ ਨਾਲ ਭਰਿਆ ਪਿਆ ਹੈ, ਕਿਤੇ ਪਹਿਲਾਂ ਉਹਨੂੰ ਖਾਲੀ ਕਰਨਾ ਪਏਗਾ ਤਾਂ ਕੋਈ ਚੀਜ਼ ਦੂਜੀ ਪਾ ਸਕਦੇ ਹਾਂ ਅਸੀਂ ਉਹਦੇ 'ਚ। ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ। ਤੇ ਸਾਹਿਬ ਨਾਲ, ਉਸ ਪ੍ਰਭੂ ਨਾਲ, ਉਸ ਮਾਲਕ ਨਾਲ, ਉਸ ਪ੍ਰਭੂ ਨਾਲ ਕਹਿੰਦੇ ਉੱਥੇ ਹੁਕਮ ਨਹੀਂ ਚੱਲਦਾ, ਉੱਥੇ ਤੇ ਅਰਦਾਸ ਹੀ ਕਰ ਸਕਦੇ ਹਾਂ ਅਸੀਂ। ਕਿਉਂਕਿ ਸਾਹਿਬ ਦੇ ਅੱਗੇ ਤੇ ਅਰਦਾਸ ਕਰ ਸਕਦੇ, ਬੇਨਤੀ ਕਰ ਸਕਦੇ, ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਇਹ ਮਨ ਵਿਕਾਰਾਂ ਵਾਲੇ ਪਾਸਿਓਂ ਹਟ ਜਾਏ। ਸਿੱਖ ਕੋਲੇ ਸਭ ਤੋਂ ਵੱਡਾ ਹਥਿਆਰ ਜਿਹੜਾ ਹੈ ਉਹ ਅਰਦਾਸ ਹੈ। ਇਸ ਤੋਂ ਵੱਡਾ ਕੋਈ ਹਥਿਆਰ ਨਹੀਂ ਹੈ। ਜਿਹਨੂੰ ਅਰਦਾਸ ਕਰਨੀ ਆ ਗਈ, ਜਿਸ ਨੇ ਇੱਕ ਮਨ ਇੱਕ ਚਿੱਤ ਹੋ ਕੇ ਜਦੋਂ ਅਰਦਾਸ ਕੀਤੀ ਤੇ ਉਹ ਸਾਹਿਬ ਕਬੂਲਦਾ ਹੈ। ਐਸੀ ਕੋਈ ਗੱਲ ਨਹੀਂ ਕਿ ਨਹੀਂ ਕਬੂਲਦਾ। ਬਿਰਥੀ ਕਦੇ ਨਾ ਹੋਵੇ ਹੀ ਜਨ ਕੀ ਅਰਦਾਸ, ਜੇ ਅਸੀਂ ਜਨ ਬਣ ਕੇ ਕਰੀਏ ਅਰਦਾਸ, ਪੈਸੇ ਦੀ ਖਾਤਰ ਨਹੀਂ, ਦੇਖਾ ਦੇਖੀ ਨਹੀਂ, ਜਦੋਂ ਜਨ ਬਣ ਕੇ, ਸੇਵਕ ਬਣ ਕੇ, ਜਿਹੜੀ ਉੱਪਰ ਗੱਲ ਕਰ ਆਏ ਨੇ ਚਾਕਰ ਦੀ, ਆਸ਼ਿਕ ਦੀ, ਜਦੋਂ ਉਸ ਤਰ੍ਹਾਂ ਦੀ ਆਪਣੀ ਮੈਂ ਨੂੰ ਮਿਟਾ ਕੇ, ਹਉਮੈ ਨੂੰ ਖਤਮ ਕਰਕੇ ਜਦੋਂ ਅਸੀਂ ਅਰਦਾਸ ਕਰਦੇ ਹਾਂ, ਉਸ ਮਾਲਕ ਦੇ ਦਰ ਤੇ ਕਬੂਲ ਹੁੰਦੀ ਹੈ। ਮਹਾਰਾਜ ਕਹਿੰਦੇ ਕੂੜ ਕਮਾਣਾ ਕੂੜੋ ਹੋਵੇ ਨਾਨਕ ਸਿਫਤ ਵਿਗਾਸ। ਕਹਿੰਦੇ ਜੇ ਕੂੜ ਕਮਾਏਗਾ ਫਿਰ ਕੂੜ ਹੋ ਜਾਏਗਾ, ਝੂਠਾ ਹੀ ਹੋ ਜਾਏਗਾ, ਝੂਠ ਨਾਲ ਜੁੜ ਜਾਏਗਾ। ਜੇ ਉਹਦੀ ਸਿਫਤ ਸਲਾਹ ਕਰੇਗਾ ਇਹ ਮਨ ਕਹਿੰਦੇ ਵਿਕਸ ਜਾਏਗਾ। ਵਿਗਾਸ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਕਹਿੰਦੇ ਉਦੋਂ ਅੰਦਰ ਖੁਸ਼ੀ, ਖੇੜਾ, ਆਨੰਦ ਉਦੋਂ ਆਉਂਦਾ ਜਦੋਂ ਉਸ ਮਾਲਕ ਦੀ ਸਿਫਤ ਸਲਾਹ ਨਾਲ ਜੁੜ ਜਾਂਦਾ ਹੈ। ਮਹੱਲਾ ਦੂਜਾ। ਮਹੱਲਾ ਦੂਜਾ। ਨਾਲ ਇਆਣੇ ਦੋਸਤੀ, ਨਾਲ ਇਆਣੇ ਦੋਸਤੀ, ਬਾਡਾਰੂ ਸਿਉਨੇ, ਬਾਡਾਰੂ ਸਿਉਨੇ, ਪਾਣੀ ਅੰਦਰ ਲੀਕ ਜਿਉ, ਪਾਣੀ ਅੰਦਰ ਲੀਕ ਜਿਉ, ਤਿਸ ਕਾ ਥਾਉ ਨ ਥੇਹ, ਤਿਸ ਦਾ ਥਾਉ ਨ ਥੇਹ। ਮਹੱਲਾ ਦੂਜਾ। ਨਾਲ ਇਆਣੇ ਦੋਸਤੀ, ਵਡਾਰੂ ਸਿਉਨੇ ਹਾਂ। ਦੋ ਗੱਲਾਂ ਕਹੀਆਂ ਮਰਨੇ, ਨਾਲ ਇਆਣੇ ਬੇਸਮਝ ਬੰਦੇ ਨਾਲ ਦੋਸਤੀ, ਵਡਾਰੂ ਵੱਡਾ, ਆਪਣੇ ਆਪ ਨੂੰ ਵੱਡਾ ਖਵਾਉਣ ਵਾਲਾ, ਉਹਦੇ ਨਾਲ ਪ੍ਰੇਮ ਕਹਿੰਦੇ ਬਹੁਤਾ ਚਿਰ ਨਹੀਂ ਚੱਲਦਾ। ਫਿਰ ਪਾਣੀ ਅੰਦਰ ਲੀਕ ਜਿਉਂ ਤਿਸ ਦਾ ਥਾਉ ਨਾ ਥੇ। ਕਹਿੰਦੇ ਇਹ ਦੋਸਤੀਆਂ ਇਸ ਤਰ੍ਹਾਂ ਹੀ ਨੇ ਜਿਸ ਤਰ੍ਹਾਂ ਪਾਣੀ ਵਿੱਚ ਲੀਕ ਮਾਰ ਦਈਏ, ਉਹਦਾ ਥਾਂ ਤੇ ਉਹਨੂੰ ਲੱਭਦਾ ਮੁੜ ਕੇ। ਕਿਉਂਕਿ ਆਮ ਇਹ ਵਿਦਵਾਨ ਲੋਕ ਕਹਿੰਦੇ ਨੇ ਇਹ ਗੱਲ ਨੂੰ ਕਿ ਦੋਸਤੀ ਬਰਾਬਰ ਦਿਆਂ ਨਾਲ, ਦੋਸਤੀ ਬਰਾਬਰ ਦਿਆਂ ਨਾਲ ਨਿਭਦੀ। ਆਪ ਤੋਂ ਵੱਡਿਆਂ ਬੰਦਿਆਂ ਨਾਲ, ਹੰਕਾਰੀ ਬੰਦਿਆਂ ਨਾਲ, ਭਾਵ ਇੱਕੋ ਜਿਹੇ ਗੁਣਾਂ ਵਾਲੇ ਜਿਹੜੀ ਦੋਸਤੀ ਹੈ ਉਹ ਅਖੀਰ ਤੱਕ ਨਿਭਦੀ ਹੈ। ਜੇ ਗੁਣ ਨਹੀਂ ਮਿਲਦੇ ਦੋਸਤੀ ਨਹੀਂ ਨਿਭ ਸਕਦੀ। ਇਸ ਕਰਕੇ ਜੇ ਉਸ ਪਰਮਾਤਮਾ ਨਾਲ ਦੋਸਤੀ ਪਾਉਣਾ ਚਾਹੁੰਦਾ ਹੈ, ਜੇ ਉਹਦੇ ਨਾਲ ਲਾਉਣਾ ਚਾਹੁੰਦਾ ਹੈ, ਨਹੀਂ ਉਹ ਲਾਉਣਾ ਚਾਹੁੰਦਾ ਹੈ, ਤਾਂ ਉਹਦੇ ਗੁਣ ਅਡਾਪਟ ਕਰਨੇ ਪੈਣਗੇ। ਉਹਦੇ ਵਰਗਾ ਹੋਣਾ ਪਏਗਾ, ਆਪਣਾ ਅਣਜਾਣਪੁਣਾ ਛੱਡਣਾ ਪਏਗਾ, ਤਿਆਗਣਾ ਪਏਗਾ। ਹਾਂਜੀ। ਮਹੱਲਾ ਦੂਜਾ। ਮਹੱਲਾ ਦੂਜਾ। ਹੋਏ ਇਆਣਾ ਕਰੇ ਕੰਮ, ਹੋਏ ਇਆਣਾ ਕਰੇ ਕੰਮ, ਆਣ ਨ ਸਕੈ ਰਾਸ, ਆਣ ਨ ਸਕੈ ਰਾਸ। ਜੇ ਇੱਕ ਅਧ ਚੰਗੀ ਕਰੇ, ਜੇ ਇੱਕ ਅਧ ਚੰਗੀ ਕਰੇ, ਦੂਜੀ ਪੀਵੇ ਰਾਸ, ਮਹੱਲਾ ਦੂਜਾ। ਹੋਏ ਇਆਣਾ ਕਰੇ ਕੰਮ, ਆਣ ਨਾ ਸਕੈ ਰਾਸ। ਜੇ ਇੱਕ ਅਧ ਚੰਗੀ ਕਰੇ, ਦੂਜੀ ਪੀਵੇ ਰਾਸ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸ਼ਲੋਕ ਪੜ੍ਹ ਰਹੇ ਹਾਂ। ਕਹਿੰਦੇ ਬੇਸਮਝ ਹੋ ਕੇ ਮਨ ਕਦੇ ਕੋਈ ਕੰਮ ਕਰ ਲੈਂਦਾ, ਕਦੇ ਇੱਕ ਅੱਧਾ
ਚੰਗਾ ਹੋ ਜਾਂਦਾ ਕਿਤੇ ਗਲਤੀ ਨਾਲ। ਕਿਉਂਕਿ ਆਪਾਂ ਵੇਖਦੇ ਹਾਂ ਸੰਸਾਰ ਵਿੱਚ ਵੀ ਕਿ ਜਦੋਂ ਕੋਈ ਕੰਮ ਕਿਤੇ ਸਹਿ ਸੁਭਾਏ ਇਹ ਤੋਂ ਹੋ ਜਾਏ ਫਿਰ ਬੜਾ ਡੌਂਡੀ ਪਿੱਟਦਾ ਕਿ ਇਹ ਕੰਮ ਮੈਂ ਕੀਤਾ ਹੈ। ਤੇ ਜੇ ਕਿਤੇ ਪਾਸਾ ਪੁੱਠਾ ਪੈ ਜਾਏ ਫਿਰ ਜੀ ਰੱਬ ਨੂੰ ਇਹ ਮਨਜ਼ੂਰ ਸੀ। ਦੋ ਚਿੱਤੀ ਜਾਣਾ ਸੀ ਲੋਕ। ਇੱਥੇ ਹੁਣ ਮਹਾਰਾਜ ਕਹਿੰਦੇ ਹੋਏ ਇਆਣਾ ਕਰੇ ਕੰਮ। ਬੇਸਮਝ ਹੋ ਕੇ ਜੇ ਕੋਈ ਕੰਮ ਕਰਦਾ ਹੈ ਆਣ ਨਾ ਸਕੈ ਰਾਸ, ਪਰ ਮੈਂ ਕਹਿੰਦੇ ਉਹ ਸਿਰੇ ਨਹੀਂ ਚੜ੍ਹਦਾ। ਉਹ ਕੰਮ ਬੇਸਮਝੀ ਦਾ ਕੰਮ ਜਿਹੜਾ ਨਾ ਸਿਰੇ ਨਹੀਂ ਚੜ੍ਹਦਾ। ਨੀਮ ਹਕੀਮ ਖਤਰਾਏ ਜਾਨ, ਅਧੂਰਾ ਗਿਆਨ ਜਿਹੜਾ ਹੈ ਉਹ ਕਦੇ ਵੀ ਸਾਨੂੰ ਸਿਰੇ ਤੱਕ ਨਹੀਂ ਲੈ ਕੇ ਜਾਂਦਾ। ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀਵੇ ਰਾਸ, ਜੇ ਕਿਤੇ ਇੱਕ ਅੱਧਾ ਕੰਮ ਕੋਈ ਠੀਕ ਹੋ ਗਿਆ ਕਹਿੰਦਾ ਦੂਜਾ ਕੰਮ ਫੇਰ ਵਿਗਾੜ ਲੈਂਦਾ ਆਪਣਾ। ਕਹਿਣ ਤੋਂ ਭਾਵ ਗੁਰੂ ਤੋਂ ਬਿਨਾ, ਗਿਆਨ ਤੋਂ ਬਿਨਾ, ਵਿਚਾਰ ਤੋਂ ਬਿਨਾ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਹਾਂਜੀ। ਪੌੜੀ ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਪਾਏ, ਹੁਰਮਤ ਤਿਸਨੋ ਆਗਲੀ, ਉਹ ਵਜਹਿ ਪਿਦੂਣਾ ਖਾਏ। ਪੌੜੀ ਚਾਕਰ ਲੱਗਾ ਚਾਕਰੀ, ਜੇ ਚੱਲੈ ਖਸਮੈ ਭਾਏ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪੌੜੀ 'ਚ ਫਿਰ ਇਸ ਗੱਲ ਨੂੰ ਬਿਆਨ ਕਰਦੇ ਨੇ ਪੂਰੀ ਤਰ੍ਹਾਂ। ਜੇ ਚਾਅ ਨਾਲ ਕੀਤੀ ਹੋਈ ਚਾਕਰੀ ਨੌਕਰੀ, ਜੇ ਕਿਤੇ ਚਾਅ ਨਾਲ ਕਰਦਾ ਚਾਕਰ ਲੱਗਾ ਚਾਕਰੀ, ਜੇ ਚੱਲੈ ਖਸਮੈ ਭਾਏ, ਉਸ ਪ੍ਰਮਾਤਮਾ ਦੇ ਅਨੁਸਾਰ ਭਾਣੇ ਵਿੱਚ ਰਹਿ ਕੇ ਕੰਮ ਕਰਦਾ ਹੈ, ਚੱਲਦਾ ਹੈ। ਹੁਰਮਤ ਤਿਸਨੋ ਅਗਲੀ, ਉਹ ਵਜ੍ਹਾ ਪਿਦੂਣਾ ਖਾਏ। ਕਹਿੰਦੇ ਉਹਨੂੰ ਇੱਜ਼ਤ ਤੇ ਦੂਣੀ ਮਿਲਦੀ ਬਲਕਿ ਤਨਖਾਹ ਵੀ ਦੁੱਗਣੀ ਹੋ ਜਾਂਦੀ ਹੈ। ਕਹਿਣ ਤੋਂ ਭਾਵ ਉਸ ਮਾਲਕ ਵੱਲੋਂ ਬਖਸ਼ਿਸ਼ਾਂ ਮਿਲਦੀਆਂ ਨੇ, ਉਸ ਦਰ ਦੇ ਉੱਤੋਂ ਉਹ ਬਖਸ਼ਿਸ਼ਾਂ ਕਬੂਲਦਾ ਹੈ। ਵਾਹਿਗੁਰੂ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਉਹਦੇ ਉੱਤੇ, ਗੁਰੂ ਆਪ ਕਿਰਪਾ ਕਰਦਾ ਹੈ। ਹਾਂਜੀ। ਖਸਮੈ ਕਰੇ ਬਰਾਬਰੀ, ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ, ਗੈਰਤ ਅੰਦਰ ਪਾਏ, ਵਜਹਿ ਗਵਾਏ ਅਗਲਾ, ਵਜਹਿ ਗਵਾਏ ਅਗਲਾ, ਮੂਹੇ ਮੂੰਹ ਪਾਣਾ ਖਾਏ, ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਤੇ ਦੂਜੇ ਪਾਸੇ ਜੇ ਕਿਤੇ ਉਹ ਖਸਮ ਦੀ ਬਰਾਬਰੀ ਕਰਨ ਲੱਗ ਪਵੇ, ਕਿਉਂਕਿ ਹੋ ਰਹੀ ਹੈ ਨਾ, ਕਈ ਆਪਣੇ ਆਪ ਨੂੰ ਰੱਬ ਖਵਾਉਣ ਲੱਗ ਪਏ, ਕਈ ਆਪਣੇ ਆਪ ਨੂੰ ਗੁਰੂ ਖਵਾਉਣ ਲੱਗ ਪਏ, ਅਸੀਂ ਜੀ ਉਹਦਾ ਹੀ ਰੂਪ ਹੋ ਗਏ। ਕਹਿੰਦੇ ਉਹ ਬਰਾਬਰੀ ਕਰਨ ਲੱਗ ਪਵੇ, ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਮੈਂ ਕਹਿੰਦੀ ਨਰਾਦਰੀ ਵਾਲੇ ਕੰਮ ਕਰਕੇ ਫਿਰ ਉੱਥੋਂ ਉਸ ਮਾਲਕ ਦੇ ਕੋਲੋਂ ਨਰਾਦਰੀ ਸਹਿੰਦਾ, ਉਸ ਵਾਹਿਗੁਰੂ ਕਾਰਪੁਰਖ ਵੱਲੋਂ ਨਰਾਦਰੀ ਸਹਿੰਦਾ, ਕਹਿੰਦੇ ਉਹਦੇ ਰੋਹ ਚੱਲਦਾ। ਵਜਹਿ ਗਵਾਏ ਅਗਲਾ, ਮੂੰਹੇ ਮੂੰਹ ਪਾਣਾ ਖਾਏ। ਆਪਣੀ ਪਹਿਲੀ ਤਨਖਾਹ ਵੀ ਗਵਾ ਬੈਠਦਾ ਤੇ ਬਲਕਿ ਮੂੰਹ ਦੇ ਉੱਤੇ ਫਿਰ ਜੁੱਤੀਆਂ ਖਾਂਦਾ ਹੈ। ਪਾਣਾ ਹੁੰਦਾ ਜੁੱਤੀਆਂ, ਕਹਿੰਦੇ ਫਿਰ ਮੂੰਹ ਤੇ ਜੁੱਤੀਆਂ ਪੈਂਦੀਆਂ ਨੇ, ਭਾਵ ਬੇਇੱਜ਼ਤ ਹੁੰਦਾ ਉਸ ਮਾਲਕ ਦੇ ਦਰ ਤੇ ਜਾ ਕੇ। ਹਾਂਜੀ। ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਐ ਸਾਵਾਸ, ਨਾਨਕ ਹੁਕਮ ਨ ਚੱਲਈ, ਨਾਲ ਖਸਮ ਚੱਲੈ ਅਰਦਾਸ। ਅਖੀਰ ਵਿੱਚ ਫਿਰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਦਿੰਦੇ ਨੇ ਸਾਨੂੰ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਵਾਸ। ਕਿਉਂਕਿ ਜਿਹਦਾ ਦਿੱਤਾ ਅਸੀਂ ਖਾਂਦੇ ਆ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਉਹਦਾ ਦਿੰਦੇ ਆ। ਤਿਸ ਕਹੀਐ ਸਾਵਾਸ, ਕਹਿੰਦੇ ਉਹਦਾ ਹਮੇਸ਼ਾ ਧੰਨਵਾਦ ਕਰਨਾ ਚਾਹੀਦਾ ਹੈ। ਦੇਖੋ ਸਾਨੂੰ ਮੈਨਰ ਸਿਖਾਉਂਦੇ ਹਾਂ ਬੱਚਿਆਂ ਨੂੰ ਅਸੀਂ ਕਿ ਬੇਟਾ
ਤੁਹਾਨੂੰ ਕੋਈ ਚੀਜ਼ ਦਿੰਦਾ ਤਾਂ ਥੈਂਕ ਯੂ ਕਰੋ, ਇਹਨੇ ਆ ਨਾ। ਤੇ ਜਿਹਨੇ ਸਾਨੂੰ ਇੰਨੀਆਂ ਦਾਤਾਂ ਦਿੰਦਾ ਬਿਨ ਮੰਗਿਆਂ, ਇੰਨਾ ਕੁਝ ਦੇਈ ਜਾਂਦਾ ਹੈ, ਤੇ ਅਸੀਂ ਉਹਦਾ ਧੰਨਵਾਦ ਹੀ ਨਹੀਂ ਕਰਦੇ। ਇਹ ਸਰੀਰ ਜਿਹਦੀ ਕੋਈ ਕੀਮਤ ਨਹੀਂ, ਇਹ ਅੱਖਾਂ ਜਿਹਦੀ ਕੋਈ ਕੀਮਤ ਨਹੀਂ, ਇਹ ਹੱਥ ਜਿਨ੍ਹਾਂ ਦੀ ਕੋਈ ਕੀਮਤ ਨਹੀਂ, ਜਿਨ੍ਹਾਂ ਦੇ ਨਹੀਂ ਉਹਨਾਂ ਨੂੰ ਪੁੱਛ ਕੇ ਦੱਸੋ, ਉਹ ਤੁਹਾਨੂੰ ਦੱਸਣਗੇ ਕਿ ਇਹਨਾਂ ਦੀ ਕੀ ਕੀਮਤ ਹੈ। ਤੇ ਅਸੀਂ ਕਦੇ ਵੀ ਧੰਨਵਾਦ ਨਹੀਂ ਕੀਤਾ। ਫਿਰ ਜਦੋਂ ਬਿਮਾਰੀਆਂ ਆ ਚਿਮੜਦੀਆਂ ਨੇ ਨਾ, ਫਿਰ ਉਦੋਂ ਅਸੀਂ ਭਾਈ ਸਾਹਿਬ ਨੂੰ ਕਹਿੰਦੇ ਹਾਂ ਜੀ ਅਰਦਾਸ ਕਰ ਦਿਓ ਦੇ ਅਰੋਗਤਾ ਦੀ। ਤੇ ਜਦੋਂ ਉਹ ਅਰੋਗ ਸੀ ਉਦੋਂ ਤੇ ਕੁਝ ਕੀਤਾ ਨਹੀਂ, ਉਦੋਂ ਤੇ ਸੰਭਾਲਿਆ ਨਹੀਂ, ਉਦੋਂ ਤੇ ਕਦੇ ਧੰਨਵਾਦ ਕੀਤਾ ਨਹੀਂ ਉਹਦਾ। ਤੇ ਤਾਂ ਮਹਾਰਾਜ ਕਹਿੰਦੇ ਤਿਸ ਕਹੀ ਹੈ ਸ਼ਾਬਾਸ਼, ਉਹਨੂੰ ਧੰਨਵਾਦ ਕਰਨਾ ਬਣਦਾ ਹੈ। ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਉੱਥੇ ਹੁਕਮ ਨਹੀਂ ਚੱਲਦਾ, ਉਸ ਮਾਲਕ ਦੇ ਦਰ ਤੇ ਅਖੀਰ ਤੱਕ ਤੇਰੇ ਨਾਲ ਚੱਲਣ ਵਾਲੀ ਜਿਹੜੀ ਚੀਜ਼ ਹੈ ਉਹ ਹੈ ਅਰਦਾਸ। ਹਿਰਦੇ ਤੋਂ ਨਿਕਲੀ ਹੋਈ ਹੂਕ, ਹਿਰਦੇ ਤੋਂ ਨਿਕਲੀ ਹੋਈ ਜਿਹੜੇ ਸ਼ਬਦ ਨੇ ਨਾ ਤੇਰੇ, ਉਹ ਤੇਰੇ ਨਾਲ ਜਾਣਗੇ। ਇਸ ਕਰਕੇ ਪ੍ਰਮਾਤਮਾ ਦੇ ਦਰ ਦੇ ਉੱਤੇ ਅਰਦਾਸ ਹੀ ਕਬੂਲ ਕੀਤੀ ਜਾ ਸਕਦੀ। ਸਾਨੂੰ ਇੱਕੋ ਇੱਕ ਚੀਜ਼ ਦੱਸੀ ਗੁਰੂ ਨਾਨਕ ਪਾਤਸ਼ਾਹ ਨੇ ਕਿ ਵਾਹਿਗੁਰੂ ਅੱਗੇ ਅਰਦਾਸ ਕਰ, ਜੋ ਮਨ ਕੀ ਬਿਰਥਾ ਹੋਏ ਤਾਂ ਗੁਰ ਪੈ ਅਰਦਾਸ ਕਰ। ਜਦੋਂ ਕੋਈ ਮਨ ਵਿੱਚ ਭੀੜ ਆਉਂਦੀ, ਕਦੇ ਵੀ ਆਉਂਦੀ, ਤੈਨੂੰ ਕਿਤੇ ਭੱਜਣ ਦੀ ਜ਼ਰੂਰਤ ਨਹੀਂ। ਤੂੰ ਗੁਰੂ ਨੂੰ ਸਨਮੁਖ ਕਰਕੇ ਆਪਣੇ ਜਿੱਥੇ ਵੀ ਮਰਜ਼ੀ ਚਲਾ ਜਾ, ਜਿੱਥੇ ਮਰਜ਼ੀ ਖਲੋਤਾ ਹੋਵੇਂ, ਭਾਵੇਂ ਇਕੱਲਾ ਹੋਵੇਂ, ਭਾਵੇਂ ਜੰਗਲ ਵਿੱਚ ਹੋਵੇਂ, ਭਾਵੇਂ ਬਾਹਰ ਹੋਵੇਂ, ਕਿਉਂਕਿ ਗੁਰੂ ਤੇ ਹਾਜ਼ਰ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਬਾਜੀ ਕਹਿੰਦੇ ਨੇ ਬਾਣੀ 'ਚ ਬਾਰ-ਬਾਰ ਇਹ ਗੱਲ। ਇਸ ਕਰਕੇ ਮੈਂ ਕਹਿੰਦੇ ਉੱਥੇ ਅਰਦਾਸ ਕਰ, ਜਨ ਬਣ ਕੇ, ਸੇਵਕ ਬਣ ਕੇ, ਨਿਮਰਤਾ ਨਾਲ, ਤੇ ਗੁਰੂ ਤੇਰੀ ਅਰਦਾਸ ਸੁਣੇਗਾ ਤੇ ਤੇਰੇ ਸਾਰੇ ਕਾਰਜ ਪੂਰੇ ਕਰੇਗਾ। ਵਾਹਿਗੁਰੂ ਵਾਹਿਗੁਰੂ। मेरे राम हम बारक हर प्रभ के हैं ए आणे, हम बारक हर प्रभ के हैं ए आणे।